Kanchan Outlook। ਪ੍ਰੇਰਨਾ ਸਰੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 408ਵੇਂ ਅੰਗ ਦੀ ਬਾਣੀ ਦੀ ਵਿਆਖਿਆ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕਰਾਂਗੇ। ਇਸ ਅੰਗ ਦੀ ਬਾਣੀ ਦੇ ਵਿੱਚ ਗੁਰੂ ਸਾਹਿਬ ਪ੍ਰਮੁੱਖ ਤੌਰ ਤੇ ਸਾਨੂੰ ਪ੍ਰਮਾਤਮਾ ਦਾ ਨਾਮ ਸਿਮਰਨ ਦੇ ਲਈ ਪ੍ਰੇਰਦੇ ਹਨ। ਦੋ ਕੁ ਗੱਲਾਂ ਧਿਆਨ ਮੰਗਦੀਆਂ ਨੇ, ਉਹ ਹਨ ਕਿ ਧਾਰਮਿਕ ਕਾਰਜ ਕਰਨ ਦਾ ਕੀ ਫਾਇਦਾ ਹੁੰਦਾ ਹੈ, ਕੀ ਲਾਭ ਮਨੁੱਖ ਧਾਰਮਿਕ ਕਾਰਜਾਂ ਨੂੰ ਕਰਕੇ ਖੱਟ ਸਕਦਾ ਹੈ ਜਾਂ ਖੱਟਦਾ ਹੈ, ਅਤੇ ਦੂਸਰਾ ਹੈ ਰਾਮ ਸ਼ਬਦ ਦੇ ਬਾਰੇ ਵਿੱਚ ਥੋੜ੍ਹੀ ਬਹੁਤੀ ਗੱਲਬਾਤ ਆਪਾਂ ਕਰਾਂਗੇ, ਕਿਉਂਕਿ ਇੱਕ ਪੰਕਤੀ ਅੱਜ ਦੇ ਅੰਗ ਦੀ ਬਾਣੀ ਦੇ ਵਿੱਚ ਇਸ ਪ੍ਰਕਾਰ ਦੀ ਹੈ ਜਿਸ ਦੇ ਕਿ ਕੁਝ ਕੁ ਵੱਖਰੇ ਵੱਖਰੇ ਅਰਥ ਕੱਢੇ ਜਾ ਸਕਦੇ ਨੇ। ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਧੜੇ ਨਾਲ ਆਪਣੇ ਆਪ ਨੂੰ ਸੰਬੰਧ ਰੱਖਦਾ ਮੰਨਦੇ ਹੋ। ਧੜੇਬੰਦੀ ਦੀ ਸ਼ਲਾਘਾ ਨਹੀਂ ਕੀਤੀ ਜਾਏਗੀ, ਬਲਕਿ ਧੜੇਬੰਦੀ ਨੂੰ ਖਤਮ ਕਰਨ ਦੇ ਲਈ ਪ੍ਰੇਰਨਾ ਮਿਲੇਗੀ। ਆਓ ਸ਼ੁਰੂ ਕਰਦੇ ਹਾਂ ਗੁਰਬਾਣੀ ਦੀ ਵਿਆਖਿਆ। ਆਸਾ ਮਹਿਲਾ ਪੰਜਵਾਂ। ਮਿਲ ਰਾਮ ਪਿਆਰੇ ਤੁਮ ਬਿਨ ਧੀਰਜ ਕੋ ਨ ਕਰੈ ਰਹਾਓ। ਹੇ ਮੇਰੇ ਪਿਆਰੇ ਰਾਮ, ਮੈਨੂੰ ਮਿਲ। ਗੁਰੂ ਸਾਹਿਬ ਕਹਿੰਦੇ ਤੇਰੇ ਮਿਲਾਪ ਤੋਂ ਬਿਨਾ ਹੋਰ ਕੋਈ ਵੀ ਉਦਮ ਮੇਰੇ ਮਨ ਵਿੱਚ ਧੀਰਜ ਪੈਦਾ ਨਹੀਂ ਕਰ ਰਿਹਾ। ਤੇਰੇ ਤੋਂ ਬਿਨਾ, ਤੇਰੇ ਮਿਲਾਪ ਤੋਂ ਬਿਨਾ ਮੇਰੇ ਮਨ ਨੂੰ ਸ਼ਾਂਤੀ ਨਹੀਂ ਮਿਲ ਰਹੀ। ਸਿਮਰਤ ਸ਼ਾਸਤਰ ਬਹੁ ਕਰਮ ਕਮਾਏ ਪ੍ਰਭ ਤੁਮਰੇ ਦਰਸ਼ ਬਿਨ ਸੁਖ ਨਾਹੀ। हे ਪ੍ਰਭੂ, ਅਨੇਕਾਂ ਹੀ ਲੋਕਾਂ ਨੇ ਸ਼ਾਸਤਰਾਂ ਸਮਿਰਤੀਆਂ ਦੇ ਲਿਖੇ ਅਨੁਸਾਰ ਅਨੇਕਾਂ ਹੀ ਮਿੱਥੇ ਹੋਏ ਧਾਰਮਿਕ ਕੰਮ ਕੀਤੇ, ਪਰ ਇਹਨਾਂ ਕਰਮਾਂ ਨਾਲ ਤੇਰਾ ਦਰਸ਼ਨ ਨਸੀਬ ਨਾ ਹੋਇਆ, ਤੇ ਤੇਰੇ ਦਰਸ਼ਨ ਤੋਂ ਬਿਨਾਂ ਆਤਮਿਕ ਆਨੰਦ ਨਹੀਂ ਮਿਲਦਾ। ਅਸੀਂ ਆਪਣੇ ਆਸ-ਪਾਸ ਹੀ ਜੇ ਝਾਤੀ ਮਾਰੀਏ ਤੇ ਵੇਖ ਪਾਵਾਂਗੇ ਬਹੁਤ ਸਾਰੇ ਅਜਿਹੇ ਲੋਕ ਜੋ ਨਿੱਠ ਕੇ ਧਾਰਮਿਕ ਕਾਰਜ ਕਰਦੇ ਨੇ, ਨਿਯਮਿਤ ਤੌਰ ਤੇ ਮਿੱਥੇ ਹੋਏ ਧਾਰਮਿਕ ਕਾਰਜ ਕਰਦੇ ਨੇ, ਪਰ ਫਿਰ ਵੀ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰਦੇ ਨੇ, ਦੁਖੀ ਮਹਿਸੂਸ ਕਰਦੇ ਨੇ। ਦੁਨਿਆਵੀ ਅਰਥਾਂ ਦੇ ਵਿੱਚ ਸੰਪੂਰਨ ਤੌਰ ਤੇ ਧਾਰਮਿਕ ਮੰਨੇ ਜਾਂਦੇ ਪਰਿਵਾਰਾਂ ਦੇ ਵਿੱਚੋਂ ਕਲੇਸ਼ ਨਹੀਂ ਜਾ ਰਹੇ, ਸ਼ਾਂਤੀ ਨਹੀਂ ਹੈ, ਕਿਉਂਕਿ ਮਿੱਥੇ ਹੋਏ ਧਾਰਮਿਕ ਕਾਰਜਾਂ ਦੇ ਵਿੱਚੋਂ ਸ਼ਾਂਤੀ ਹਾਸਲ ਨਹੀਂ ਹੁੰਦੀ। ਪਰਮਾਤਮਾ ਦੇ ਨਾਮ ਸਿਮਰਨ ਦੇ ਵਿੱਚੋਂ ਸ਼ਾਂਤੀ ਹਾਸਲ ਹੁੰਦੀ ਹੈ। ਪਰਮਾਤਮਾ ਦੇ ਨਾਲ ਸਾਂਝ ਕਾਇਮ ਕਰਨ ਦੇ ਵਿੱਚੋਂ ਸ਼ਾਂਤੀ ਹਾਸਲ ਹੁੰਦੀ ਹੈ। ਪਰਮਾਤਮਾ ਦੀ ਰਜ਼ਾ ਨੂੰ ਸਮਝਣ ਦੇ ਨਾਲ ਸ਼ਾਂਤੀ ਹਾਸਲ ਹੁੰਦੀ ਹੈ। ਤੁਮਰੇ ਦਰਸ਼ ਬਿਨ ਸੁਖ ਨਾਹੀ। ਪਰਮਾਤਮਾ ਦੇ ਦਰਸ਼ਨਾਂ ਬਿਨਾ ਸੁਖ ਨਹੀਂ। ਵਰਤ ਨੇਮ ਸੰਜਮ ਕਰ ਥਾਕੇ ਨਾਨਕ ਸਾਧ ਸ਼ਰਨ ਪ੍ਰਭ ਸੰਗ ਵਸੈ। ਸ਼ਾਸਤਰਾਂ ਦੇ ਕਹੇ ਅਨੁਸਾਰ ਅਨੇਕਾਂ ਲੋਕ ਵਰਤ ਰੱਖਦੇ ਰਹੇ, ਨੇਮ ਨਿਭਾਉਂਦੇ ਰਹੇ, ਇੰਦਰੀਆਂ ਨੂੰ ਵਸ ਵਿੱਚ ਕਰਨ ਦੇ ਯਤਨ ਕਰਦੇ ਰਹੇ, ਸਭ ਕੁਝ ਕਰਕੇ ਥੱਕ ਗਏ, ਪਰਮਾਤਮਾ ਤੇਰਾ ਦਰਸ਼ਨ ਪ੍ਰਾਪਤ ਨਾ ਹੋਇਆ। हे ਨਾਨਕ, ਗੁਰੂ ਦੀ ਸ਼ਰਨ ਪਿਆ ਮਨੁੱਖ ਦਾ ਮਨ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ। ਗੁਰੂ ਦੀ ਸ਼ਰਨ ਪੈ ਕੇ ਅਸੀਂ ਆਪਣਾ ਮਨ ਪਰਮਾਤਮਾ ਦੇ ਅੱਗੇ ਨਿਸ਼ਾਵਰ ਕਰ ਦਿੰਦੇ ਹਾਂ, ਭੇਂਟ ਕਰ ਦਿੰਦੇ ਹਾਂ ਪਰਮਾਤਮਾ ਨੂੰ ਆਪਣਾ ਮਨ ਭੇਂਟ ਕਰ ਦਿੱਤਾ, ਭਾਵ ਕਿ ਅਸੀਂ ਆਪਣੇ ਅੰਦਰੋਂ ਆਪਣਾ ਆਪਾ ਭਾਵ ਖਤਮ ਕਰ ਲਿਆ। ਉਹ ਖਤਮ ਹੋ ਜਾਏ, ਸ਼ਾਂਤੀ ਹੀ ਸ਼ਾਂਤੀ ਹੈ। ਆਸਾ ਮਹਿਲਾ ਪੰਜਵਾਂ। ਘਰ 15ਵਾਂ। ਪੜਤਾਲ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਿਕਾਰ ਮਾਇਆ ਮਾਦ ਸੋਇਓ ਸੂਝ ਬੂਝ ਨਾ ਆਵੈ। ਪਕਰ ਕੇਸ ਜਮ ਉਠਾਰਿਓ ਤਦ ਹੀ ਘਰ ਜਾਵੈ। ਆਮ ਤੌਰ ਤੇ ਮਨੁੱਖ ਵਿਕਾਰਾਂ ਵਿੱਚ, ਮਾਇਆ ਦੇ ਨਸ਼ੇ ਵਿੱਚ ਮਸਤ ਸੁੱਤਾ ਰਹਿੰਦਾ ਹੈ। ਸਹੀ ਜੀਵਨ ਦੀ ਇਹਨੂੰ ਅਕਲ ਨਹੀਂ ਆਉਂਦੀ, ਸੂਝ ਬੂਝ ਨਹੀਂ ਆਉਂਦੀ। ਜਦੋਂ ਅੰਤ ਵੇਲੇ ਜਮ ਨੇ ਇਸ ਨੂੰ ਕੇਸਾਂ ਤੋਂ ਫੜ ਕੇ ਉਠਾਇਆ, ਜਦੋਂ ਮੌਤ ਸਿਰ ਤੇ ਆ ਗਈ, ਤਦੋਂ ਇਹਨੂੰ ਹੋਸ਼ ਆਉਂਦੀ ਹੈ। ਤਦੋਂ ਮਨੁੱਖ ਸੋਚਦਾ ਕਿ ਸਾਰੀ ਉਮਰ ਮੈਂ ਕੁਰਾਹੇ ਹੀ ਪਿਆ ਰਿਹਾ, ਸਾਰੀ ਉਮਰ ਮੈਂ ਢੰਗ ਦਾ ਕੋਈ ਕੰਮ ਹੀ ਨਹੀਂ ਕੀਤਾ, ਸਾਰੀ ਉਮਰ ਲੋਕਾਂ ਨੂੰ ਦੁੱਖ ਹੀ ਦਿੱਤੇ, ਲੋਕਾਂ ਨੂੰ ਲੁੱਟ ਕੇ ਆਪਣਾ ਹੀ ਘਰ ਭਰਨ ਬਾਰੇ ਸੋਚਦਾ ਰਿਹਾ, ਤੇ ਹੁਣ ਉਹ ਸਾਰਾ ਕੁਝ ਮੈਨੂੰ ਛੱਡ ਕੇ ਜਾਣਾ ਪੈਣਾ। ਅੰਤ ਵੇਲੇ ਨਿਰਦਈ ਤੋਂ ਨਿਰਦਈ ਮਨੁੱਖ ਵੀ ਇਸੇ ਹਾਲਤ ਦੇ ਵਿੱਚ ਹੁੰਦਾ ਹੈ। ਉਹ ਸੋਚਦਾ ਕਿ ਕਾਹਦੇ ਲਈ ਮੈਂ ਇਹ ਸਭ ਕੁਝ ਕਰਦਾ ਰਿਹਾ। ਪਕੜ ਕੇਸ ਜਮ ਉਠਾਰਿਓ
ਤਦ ਹੀ ਘਰ ਜਾਵੈ। ਲੋਭ ਵਿਖਿਆ ਵਿਖੈ ਲਾਗੇ, ਹਿਰ ਵਿਤ ਚਿਤ ਦੁਖਾਹੀ। ਖਿਨ ਭੰਗਨਾ ਕੈ ਮਾਨ ਮਾਤੇ, ਅਸੁਰ ਜਾਣੈ ਨਾਹੀ ਰਹਾਉ। ਮਾਇਆ ਦੇ ਲੋਭ ਤੇ ਵਿਸ਼ਿਆਂ ਵਿੱਚ ਲੱਗੇ ਹੋਏ ਮਨੁੱਖ ਪਰਾਇਆ ਧਨ ਚੁਰਾ ਕੇ ਦੂਜਿਆਂ ਦੇ ਦਿਲ ਦੁਖਾਉਂਦੇ ਨੇ। ਹਿਰ ਵਿੱਤ, ਹਿਰ ਤੋਂ ਭਾਵ ਚੁਰਾਉਣਾ, ਵਿੱਤ ਤੋਂ ਭਾਵ ਧਨ। ਹਿਰ ਵਿੱਤ ਚਿੱਤ ਦੁਖਾਹੀ, ਦੂਜਿਆਂ ਦਾ ਧਨ ਚੁਰਾ ਕੇ ਦੂਜਿਆਂ ਦੇ ਦਿਲ ਦਿਖਾਉਂਦੇ। ਉਹ ਲੋਕ ਜਿਹੜੇ ਮਾਇਆ ਦੇ ਲੋਭ ਅਤੇ ਵਿਸ਼ਿਆਂ ਦੇ ਵਿੱਚ ਲੱਗੇ ਹੋਏ ਹੈ। ਖਿਨ ਭੰਗੁਨਾ ਕੈ ਮਾਨ ਮਾਤੇ। ਖਿਨ ਭੰਗੁਨਾ ਭਾਵ ਜਿਹੜੀ ਚੀਜ਼ ਨੇ ਪਲ ਦੇ ਵਿੱਚ ਨਾਸ਼ ਹੋ ਜਾਣਾ, ਉਹਨਾਂ ਚੀਜ਼ਾਂ ਦੇ ਮਾਣ ਦੇ ਵਿੱਚ ਮੱਤੇ ਹੋਏ, ਮਸਤ ਹੋਏ। ਅਸੁਰ ਜਾਣੈ ਨਾਹੀ ਰਹਾਉ। ਅਸਲੀ ਜੀਵਨ ਰਸਤੇ ਨੂੰ ਇਹ ਅਸੁਰ, ਇਹ ਨਿਰਦਈ ਲੋਕ ਸਮਝਦੇ ਨੇ। ਵੇਦ ਸ਼ਾਸਤਰ ਜਨ ਪੁਕਾਰੈ, ਸੁਨੈ ਨਾਹੀ ਡੋਰਾ। ਵੇਦ ਅਤੇ ਸ਼ਾਸਤਰ ਅਤੇ ਸੰਤ ਜਨ ਸਾਰੇ ਪੁਕਾਰ ਪੁਕਾਰ ਕੇ ਇੱਕ ਹੀ ਗੱਲ ਕਹਿੰਦੇ ਨੇ ਕਿ ਪ੍ਰਮਾਤਮਾ ਦੇ ਲੜ ਲੱਗੋ, ਵਿਕਾਰਾਂ ਨੂੰ ਛੱਡੋ, ਮੋਹ ਨੂੰ ਛੱਡੋ। ਪਰ ਇਹ ਬੋਲਾ ਮਨੁੱਖ ਨਹੀਂ ਸੁਣਦਾ। ਸੁਣੈ ਨਾਹੀ ਡੋਰਾ। ਨਿਪਟ ਬਾਜੀ ਹਾਰ ਮੂਕਾ, ਪਛਤਾਇਓ ਮਨ ਭੋਰਾ। ਤੇ ਜਦੋਂ ਉੱਕਾ ਹੀ ਆਪਣੀ ਜੀਵਨ ਬਾਜ਼ੀ ਹਾਰ ਕੇ ਅੰਤ ਸਮੇਂ ਤੇ ਆ ਪਹੁੰਚਦਾ ਹੈ, ਤਦੋਂ ਇਹ ਮੂਰਖ ਮਨੁੱਖ ਆਪਣੇ ਮਨ ਵਿੱਚ ਪਛਤਾਉਂਦਾ ਹੈ। ਜੀਵਨ ਦੀ ਬਾਜ਼ੀ ਹਾਰਨ ਦਾ ਕੀ ਅਰਥ ਹੋਇਆ? ਜੇ ਤੁਸੀਂ ਆਪਣੇ ਜੀਵਨ ਦੇ ਦੌਰਾਨ ਕਦੇ ਵੀ, ਖਾਸ ਕਰਕੇ ਆਪਣੇ ਅੰਤ ਵੇਲੇ ਦੁਖੀ ਹੋ, ਅਸ਼ਾਂਤ ਹੋ, ਭਾਵ ਤੁਸੀਂ ਆਪਣੇ ਜੀਵਨ ਦੀ ਬਾਜ਼ੀ ਹਾਰ ਰਹੇ ਹੋ, ਦੁਨੀਆ ਦੇ ਵਿੱਚ ਵਾਪਰ ਰਹੇ ਵਰਤਾਰਿਆਂ ਦੇ ਨਾਲ ਤੁਹਾਡੇ ਮਤਭੇਦ ਹੋ ਸਕਦੇ ਨੇ, ਤੁਹਾਡੀਆਂ ਨਾਰਾਜ਼ਗੀਆਂ ਹੋ ਸਕਦੀਆਂ ਨੇ। ਦੁਨੀਆ ਦੇ ਵਰਤਾਰਿਆਂ ਨੂੰ ਤੁਸੀਂ ਸਹੀ ਗਲਤ ਦੇ ਵਿੱਚ ਵੰਡ ਸਕਦੇ ਹੋ। ਪਰ ਜੇ ਇਸ ਸਭ ਦੇ ਬਾਵਜੂਦ ਤੁਹਾਡਾ ਮਨ ਸ਼ਾਂਤ ਹੈ, ਤੁਹਾਨੂੰ ਕੋਈ ਤਕਲੀਫ ਨਹੀਂ ਹੋ ਰਹੀ, ਮਨ ਅਸ਼ਾਂਤ ਨਹੀਂ ਹੋ ਰਿਹਾ, ਭਾਵ ਤੁਸੀਂ ਆਪਣੇ ਜੀਵਨ ਦੀ ਬਾਜ਼ੀ ਨੂੰ ਜਿੱਤ ਰਹੇ ਹੋ। ਜੇ ਛੋਟੀ ਛੋਟੀ ਗੱਲ 'ਤੇ ਤੁਸੀਂ ਅਸ਼ਾਂਤ ਹੋ ਰਹੇ ਹੋ, ਜੇ ਛੋਟੇ ਛੋਟੇ ਵਰਤਾਰੇ ਜੋ ਤੁਹਾਡੀ ਸੋਚ ਦੇ ਉਲਟ ਨੇ ਵਾਪਰ ਰਹੇ ਨੇ, ਤੇ ਤੁਸੀਂ ਅਸ਼ਾਂਤ ਹੋ ਰਹੇ ਹੋ, ਅੱਗ ਬਬੂਲੇ ਹੋ ਰਹੇ ਹੋ, ਗੁੱਸੇ ਹੋ ਰਹੇ ਹੋ, ਇਹਦਾ ਮਤਲਬ ਤੁਸੀਂ ਆਪਣੇ ਜੀਵਨ ਦੀ ਬਾਜ਼ੀ ਨੂੰ ਹਾਰ ਰਹੇ ਹੋ। ਜੇ ਅਸੀਂ ਇਤਿਹਾਸ ਦੇ ਵਿੱਚ ਝਾਤੀ ਮਾਰੀਏ, ਗੁਰੂ ਨਾਨਕ ਸਾਹਿਬ ਦਾ ਸਮਾਂ ਸੀ ਜਦੋਂ ਬਾਬਰ ਨੇ ਹਿੰਦੁਸਤਾਨ 'ਤੇ ਹਮਲਾ ਕੀਤਾ ਸੀ। ਉਹ ਵਰਤਾਰਾ ਅਜਿਹਾ ਸੀ ਜਿਹਨੂੰ ਕੋਈ ਵੀ ਸੂਝਵਾਨ ਮਨੁੱਖ ਚੰਗਾ ਵਰਤਾਰਾ ਨਹੀਂ ਸਮਝੇਗਾ, ਕਿਉਂਕਿ ਉਸ ਵਰਤਾਰੇ ਦੇ ਦੌਰਾਨ ਬਹੁਤ ਲੁੱਟ ਖਸੁੱਟ ਸੀ, ਬੇਕਸੂਰ ਲੋਕਾਂ ਦੇ ਉੱਤੇ ਤਸ਼ੱਦਦ ਹੋਇਆ ਸੀ, ਲੋਕ ਮਾਰੇ ਗਏ ਸਨ, ਬਹੁਤ ਤਬਾਹੀ ਹੋਈ ਸੀ। ਨਾਨਕ ਸਾਹਿਬ ਨੂੰ ਵੀ ਇਹ ਵਰਤਾਰਾ ਚੰਗਾ ਨਹੀਂ ਲੱਗਿਆ, ਪਰ ਉਹ ਅਸ਼ਾਂਤ ਨਹੀਂ ਹੋਏ, ਉਹਨਾਂ ਨੂੰ ਤਕਲੀਫ ਨਹੀਂ ਹੋਈ। ਉਹਨਾਂ ਨੇ ਸਿਰਫ ਉਸ ਪ੍ਰਮਾਤਮਾ ਨੂੰ ਉਲਾਂਭਾ ਦਿੱਤਾ ਤੇ ਆਪਣੇ ਜੀਵਨ ਦੇ ਵਿੱਚ ਅੱਗੇ ਵਧ ਗਏ। ਇਤੀ ਮਾਰ ਪਈ ਕੁਰਲਾਣਾ ਤੈਂ ਕੀ ਦਰਦ ਨਾ ਆਇਆ। ਗੁਰੂ ਸਾਹਿਬ ਨੇ ਉਸ ਅਕਾਲ ਪੁਰਖ ਨੂੰ ਉਲਾਂਭਾ ਦਿੰਦੇ ਹੋਏ ਕਿਹਾ ਕਿ ਇੰਨਾ ਕੁਝ ਹੋ ਰਿਹਾ ਹੈ, ਇੰਨੀ ਤਬਾਹੀ ਮੱਚੀ ਪਈ ਹੈ, ਤੈਨੂੰ ਦਰਦ ਨਹੀਂ ਆਇਆ, ਪਰ ਅਸ਼ਾਂਤ ਨਹੀਂ ਹੋਏ। ਤੇ ਉਹ ਵਰਤਾਰਾ ਤੇ ਬਹੁਤ ਹੀ ਦਰਦਨਾਕ ਸੀ। ਤੇ ਅਸੀਂ ਤੇ ਆਪਣੇ ਜੀਵਨ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਦੀ ਅਸ਼ਾਂਤ ਹੋ ਜਾਂਦੇ ਹਾਂ ਤੇ ਸਮਝ ਲਈਏ ਕਿ ਅਸੀਂ ਤੇ ਆਪਣੇ ਜੀਵਨ ਦੀ ਬਾਜ਼ੀ ਜਿੱਤਣ ਤੋਂ ਕੋਹਾਂ ਦੂਰ ਬੈਠੇ ਹਾਂ। ਸੋ ਜੇ ਚਾਹੁੰਦੇ ਹਾਂ ਕਿ ਬਾਜ਼ੀ ਨੂੰ ਜਿੱਤੀਏ ਤਾਂ ਅਸ਼ਾਂਤ ਹੋਣਾ ਛੱਡੀਏ, ਤੇ ਉਹਦੇ ਲਈ ਸਭ ਤੋਂ ਜ਼ਰੂਰੀ ਹੈ ਮੋਹ ਨੂੰ ਤਿਆਗਣਾ ਤੇ ਆਪਣੇ ਆਪੇ ਭਾਵ ਨੂੰ ਤਿਆਗਣਾ। ਕ੍ਰੋਧ ਤੇ ਲੋਭ ਇਹਨਾਂ ਦੋਹਾਂ ਦੇ ਵਿੱਚੋਂ ਹੀ ਉਤਪੰਨ ਹੁੰਦੇ ਆ। ਆਪੇ ਭਾਵ ਨੂੰ ਠੇਸ ਪਹੁੰਚਦੀ ਹੈ ਤਾਂ ਕ੍ਰੋਧ ਆਉਂਦਾ ਹੈ, ਤੇ ਜੇ ਆਪਾ ਭਾਵ ਹੀ ਨਾ ਹੋਵੇ ਤੇ ਠੇਸ ਕਿਹਨੂੰ ਪਹੁੰਚਣੀ ਹੈ ਤੇ ਕ੍ਰੋਧ ਕਦੋਂ ਆਉਣਾ ਹੈ। ਇਸੇ ਪ੍ਰਕਾਰ ਹੀ ਜੇ ਮੋਹ ਹੀ ਨਾ ਹੋਵੇ ਤਾਂ ਲੋਭ ਵੀ ਕਾਹਦਾ ਹੋਣਾ ਹੈ, ਕਾਹਦਾ ਲਾਲਚ ਹੋਏਗਾ ਫਿਰ ਸਾਨੂੰ ਜੇ ਮੋਹ ਹੀ ਨਹੀਂ ਹੈ ਤਾਂ। ਤੇ ਮੋਹ ਸਿਰਫ ਦੁਨਿਆਵੀ ਚੀਜ਼ਾਂ ਜਾਂ ਧਨ ਦੇ ਨਾਲ ਨਹੀਂ, ਜਾਂ ਰਿਸ਼ਤਿਆਂ ਦੇ ਨਾਲ ਨਹੀਂ। ਮੋਹ ਹੈ ਹਰ ਚੀਜ਼ ਦੇ ਨਾਲ। ਤੁਸੀਂ ਕਿਸੇ ਅੱਜ ਕੱਲ੍ਹ ਜਿਵੇਂ ਖਾਸ ਕਰਕੇ ਆਪਾਂ ਗੱਲ ਕਰੀਏ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਲੋਕ ਬਹੁਤ ਪ੍ਰਕਾਰ ਦੇ ਧੜਿਆਂ ਦੇ ਵਿੱਚ ਵੰਡੇ ਹੋਏ ਨੇ, ਬਹੁਤ ਪ੍ਰਕਾਰ ਦੇ, ਜਾਤਾਂ ਦੇ ਆਧਾਰ 'ਤੇ, ਧਰਮਾਂ ਦੇ ਆਧਾਰ 'ਤੇ,
ਰਾਜਨੀਤਿਕ ਸੋਚ ਦੇ ਆਧਾਰ ਤੇ ਹਰ ਕੋਈ ਆਪਣੇ ਆਪਣੇ ਧੜੇ ਦੇ ਆਪਣੀ ਆਪਣੀ ਸੋਚ ਦੇ ਮੋਹ ਵਿੱਚ ਫਸਿਆ ਹੋਇਆ ਹੈ। ਦੂਜੇ ਦੀ ਗੱਲ ਨੂੰ ਸੁਣਨਾ ਨਹੀਂ ਚਾਹੁੰਦਾ, ਉਹ ਵੀ ਮੋਹ ਹੈ। ਜਦੋਂ ਤੁਹਾਡੇ ਧੜੇ ਦੀ ਸੋਚ ਦੇ ਉਲਟ ਕੋਈ ਵਰਤਾਰਾ ਵਾਪਰਦਾ ਤੁਹਾਨੂੰ ਚੰਗਾ ਨਹੀਂ ਲੱਗਦਾ। ਕਿਉਂ ਨਹੀਂ ਲੱਗਦਾ? ਕਿਉਂਕਿ ਤੁਹਾਨੂੰ ਆਪਣੇ ਧੜੇ ਦੇ ਨਾਲ ਮੋਹ ਹੈ, ਤੁਹਾਨੂੰ ਆਪਣੀ ਸੋਚ ਦੇ ਨਾਲ ਮੋਹ ਹੈ, ਤੁਹਾਨੂੰ ਉਹੀ ਉੱਤਮ ਲੱਗਦੀ ਹੈ। ਤੁਹਾਨੂੰ ਮਨਜ਼ੂਰ ਹੀ ਨਹੀਂ ਕਿ ਤੁਹਾਡੇ ਧੜੇ ਦੀ ਸੋਚ ਤੋਂ ਇਲਾਵਾ ਹੋਰ ਕੁਝ ਇੱਥੇ ਵਾਪਰੇ। ਜੋ ਤੁਹਾਡੇ ਧੜੇ ਨੂੰ ਚੰਗਾ ਲੱਗਦਾ ਤੁਹਾਨੂੰ ਇਹ ਲੱਗਦਾ ਕਿ ਉਹੀ ਵਾਪਰੇ, ਬਸ ਹੋਰ ਕੁਝ ਸਾਨੂੰ ਮਨਜ਼ੂਰ ਨਹੀਂ। ਤੇ ਇਹ ਸਭ ਚੀਜ਼ਾਂ ਤੁਹਾਨੂੰ ਅਸ਼ਾਂਤ ਕਰਦੀਆਂ ਨੇ, ਤੁਹਾਨੂੰ ਅਸ਼ਾਂਤੀ ਹੀ ਦਿੰਦੀਆਂ ਨੇ, ਤੇ ਤੁਸੀਂ ਆਪਣੇ ਜੀਵਨ ਦੀ ਬਾਜ਼ੀ ਹਾਰ ਬੈਠਦੇ ਹੋ। ਸੋ ਮੋਹ ਦੇ ਵਿੱਚ ਨਾ ਫਸੀਏ ਤੇ ਜੀਵਨ ਦੀ ਬਾਜ਼ੀ ਨੂੰ ਜਿੱਤੀਏ। ਅੱਗੇ ਚੱਲਦੇ ਹਾਂ। ਡਾਨ ਸਗਲ ਗੈਰ ਵਜ੍ਹਾ ਭਰਿਆ, ਦੀਵਾਨ ਲੇਖਾ ਨਾ ਭਰਿਆ। ਡਾਨ ਤੋਂ ਭਾਵ ਦੰਡ, ਸਜ਼ਾ। ਗੁਰੂ ਸਾਹਿਬ ਕਹਿੰਦੇ ਡਾਨ ਸਗਲ ਗੈਰ ਵਜ੍ਹਾ ਭਰਿਆ। ਜਦੋਂ ਅਸੀਂ ਮਾਇਆ ਦੇ ਨਸ਼ੇ ਦੇ ਵਿੱਚ, ਮੋਹ ਦੇ ਵਿੱਚ ਮਸਤ ਰਹਿੰਦੇ ਹਾਂ, ਬਿਨਾਂ ਵਜ੍ਹਾ ਅਸੀਂ ਦੰਡ ਭਰਦੇ ਹਾਂ, ਬਿਨਾਂ ਵਜ੍ਹਾ ਸਜ਼ਾ ਭੁਗਤਦੇ ਹਾਂ ਆਪਣੇ ਜੀਵਨ ਦੇ ਵਿੱਚ, ਤੇ ਪ੍ਰਮਾਤਮਾ ਦੀ ਹਜ਼ੂਰੀ ਦੇ ਵਿੱਚ ਅਸੀਂ ਪ੍ਰਵਾਨ ਨਹੀਂ ਹੁੰਦੇ। ਜਿਹ ਕਾਰਜ ਰਹੇ ਓਲਾ ਸੋਏ ਕਾਮ ਨਾ ਕਰੇ। ਜਿਹੜੇ ਕੰਮ ਦੇ ਨਾਲ ਸਾਡੀ ਇੱਜ਼ਤ ਰਹਿੰਦੀ ਹੈ, ਪੜਦਾ ਰਹਿੰਦਾ ਹੈ, ਉਹ ਕੰਮ ਨਹੀਂ ਅਸੀਂ ਕਰਦੇ। ਐਸੋ ਜਗ ਮੋਹੇ ਗੁਰ ਦਿਖਾਇਓ, ਤਾਂ ਏਕ ਕੀਰਤ ਗਾਇਆ। ਜਦੋਂ ਮੇਰੇ ਗੁਰੂ ਨੇ ਮੈਨੂੰ ਇਹ ਵਾਲਾ ਜਗਤ ਦਿਖਾ ਦਿੱਤਾ, ਦੇਖੋ ਜਗਤ ਦੀ ਇੱਕ ਤਸਵੀਰ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਪੇਸ਼ ਕੀਤੀ। ਉਹ ਜਗਤ ਜਿਹੜਾ ਮੋਹ ਦੇ ਵਿੱਚ ਫਸਿਆ ਹੋਇਆ, ਮਾਇਆ ਦੇ ਵਿੱਚ ਗ੍ਰਸਤ ਹੈ। ਤੇ ਸਾਨੂੰ ਗੁਰੂ ਸਾਹਿਬ ਦੱਸਦੇ ਪਏ ਨੇ ਕਿ ਸਾਡੇ ਗੁਰੂ ਨੇ, ਮੇਰੇ ਗੁਰੂ ਨੇ ਜਦੋਂ ਮੈਨੂੰ ਇਹ ਜਗਤ ਦਿਖਾਇਆ, ਜਗਤ ਦੀ ਇਹ ਤਸਵੀਰ ਮੇਰੇ ਸਾਹਮਣੇ ਪੇਸ਼ ਕੀਤੀ, ਤਾਂ ਉਹ ਏਕ ਕੀਰਤ ਗਾਇਆ, ਤਾਂ ਮੈਂ ਉਸ ਇੱਕ ਪਰਮਾਤਮਾ ਦਾ ਗੁਣਗਾਨ ਕੀਤਾ, ਉਹਦੀ ਸਿਫਤ ਸਲਾਹ ਕੀਤੀ, ਉਹਦਾ ਕੀਰਤਨ ਕੀਤਾ। ਮਾਨ ਤਾਨ ਤਜ ਸਿਆਣਪ ਸ਼ਰਨ ਨਾਨਕ ਆਇਆ। ਹਰ ਪ੍ਰਕਾਰ ਦਾ ਮਾਨ ਤਾਨ ਛੱਡ ਕੇ, ਹਰ ਪ੍ਰਕਾਰ ਦੀ ਸਿਆਣਪ ਨੂੰ ਤਿਆਗ ਕੇ ਨਾਨਕ ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਗਿਆ। ਆਸਾ ਮਹਿਲਾ ਪੰਜਵਾਂ। ਵਪਾਰ ਗੋਬਿੰਦ ਨਾਏ, ਸਾਧ ਸੰਤ ਮਨਾਏ, ਪ੍ਰਿਯ ਪਾਏ, ਗੁਣ ਗਾਏ, ਪੰਚਨਾਦ ਤੂਰ ਵਜਾਏ ਰਹਾਓ। ਵਪਾਰ ਜਾਣੀ ਕਿ ਵਪਾਰ, ਵਪਾਰ ਗੋਬਿੰਦ ਨਾਏ। ਇਹ ਭਾਈ ਜਿਹੜਾ ਮਨੁੱਖ ਪ੍ਰਮਾਤਮਾ ਦੇ ਨਾਮ ਦੇ ਵਪਾਰ ਵਿੱਚ ਲੱਗ ਪੈਂਦਾ ਹੈ, ਪ੍ਰਮਾਤਮਾ ਦੇ ਗੁਣ ਗਾਉਂਦਾ ਹੈ, ਸੰਤ ਜਨਾਂ ਦੀ ਪ੍ਰਸੰਨਤਾ ਹਾਸਲ ਕਰ ਲੈਂਦਾ ਹੈ, ਉਸ ਨੂੰ ਪਿਆਰੇ ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ। ਉਹਦੇ ਅੰਦਰੋਂ ਮਾਨੋ 5 ਕਿਸਮਾਂ ਦੇ ਸਾਜ਼ ਵੱਜਣ ਲੱਗ ਪੈਂਦੇ ਨੇ, ਅੰਦਰ ਰਸ ਹੀ ਰਸ ਪੈਦਾ ਹੋ ਜਾਂਦਾ ਹੈ। ਕਿਰਪਾ ਪਾਏ ਸਹਿਜਾਏ, ਦਰਸ਼ਾਏ ਅਵਰਾਤਿਆ ਗੋਬਿੰਦ ਸਿਓ। ਸੰਤ ਸੇਵ ਪ੍ਰੀਤ ਨਾਥ ਰੰਗ, ਲਾਲਨ ਲਾਏ। ਇਹ ਭਾਈ ਪ੍ਰਮਾਤਮਾ ਦੀ ਕਿਰਪਾ ਨਾਲ, ਕਿਰਪਾ ਪਾਏ ਸਹਿਜਾਏ, ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜਿਸ ਮਨੁੱਖ ਨੂੰ ਸਹਿਜ ਪ੍ਰਾਪਤ ਹੋ ਜਾਂਦਾ ਹੈ, ਆਤਮਿਕ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ। ਦਰਸ਼ਾਏ, ਪ੍ਰਮਾਤਮਾ ਦਾ ਦਰਸ਼ਨ ਹੋ ਜਾਂਦਾ ਹੈ। ਅਬਰਾਤਿਆ ਗੋਬਿੰਦ ਸਿਓ, ਉਹ ਸਦਾ ਲਈ ਪ੍ਰਮਾਤਮਾ ਦੇ ਪਿਆਰ ਰੰਗ ਵਿੱਚ ਰੰਗਿਆ ਜਾਂਦਾ ਹੈ। ਸੰਤ ਸੇਵ ਪ੍ਰੀਤ ਨਾਥ ਰੰਗ, ਲਾਲਨ ਲਾਏ। ਗੁਰੂ ਦੀ ਦੱਸੀ ਸੇਵਾ ਦੀ ਬਰਕਤ ਨਾਲ ਉਸਨੂੰ ਖਸਮ ਪ੍ਰਭੂ ਦੀ ਪ੍ਰੀਤ ਪ੍ਰਾਪਤ ਹੋ ਜਾਂਦੀ ਹੈ, ਲਾਲ ਪਿਆਰੇ ਦਾ ਪਿਆਰ ਰੰਗ ਚੜ ਜਾਂਦਾ ਹੈ। ਗੁਰ ਗਿਆਨ ਮਨ ਦਿਰੜਾਏ, ਰਹਿਸਾਏ ਨਹੀਂ ਆਏ, ਸਹਿਜਾਏ ਮਨ ਨਿਧਾਨ ਪਾਏ। ਗੁਰੂ ਦਾ ਗਿਆਨ ਜਿਹੜਾ ਮਨੁੱਖ ਆਪਣੇ ਮਨ ਦੇ ਵਿੱਚ ਦ੍ਰਿੜ ਕਰ ਲਵੇ, ਪੱਕਾ ਕਰ ਲਵੇ, ਰਹਿਸਾਏ, ਰਹਿਸਾਏ ਤੋਂ ਭਾਵ ਖਿੜ ਜਾਣਾ, ਉਹਦੇ ਮਨ ਵਿੱਚ ਖਿੜਾਓ ਪੈਦਾ ਹੋ ਜਾਂਦਾ ਹੈ। ਨਹੀਂ ਆਏ, ਉਹ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਆਉਂਦਾ। ਸਹਿਜਾਏ, ਉਹ ਆਤਮਿਕ ਅਡੋਲਤਾ ਹਾਸਲ ਕਰ ਲੈਂਦਾ ਹੈ। ਮਨ ਨਿਧਾਨ ਪਾਏ, ਮਨ ਦੇ ਵਿੱਚ ਨਾਮ ਖਜ਼ਾਨਾ ਲੱਭ ਲੈਂਦਾ। ਸਭ ਤਜੀ ਮਨੈ ਕੀ ਕਾਮ ਕਰਾ, ਉਹ ਆਪਣੇ ਮਨ ਦੀਆਂ ਸਾਰੀਆਂ ਹੀ ਵਾਸ਼ਨਾ ਤਿਆਗ ਦਿੰਦਾ ਹੈ। ਚਿਰ 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 ਭਇਆ ਮਨ ਬਹੁਤ ਪਿਆਸ ਲੱਗੀ। ਗੁਰੂ ਸਾਹਿਬ ਕਹਿੰਦੇ ਬੜਾ ਸਮਾਂ ਹੋ ਗਿਆ, ਇਹ ਪ੍ਰਮਾਤਮਾ ਬੜਾ ਸਮਾਂ ਹੋ ਗਿਆ ਮੈਨੂੰ ਤੇਰਾ ਦਰਸ਼ਨ ਨਹੀਂ ਮਿਲਿਆ, ਮੇਰੇ ਮਨ ਦੇ ਵਿੱਚ ਤੇਰੇ ਦਰਸ਼ਨਾਂ ਦੀ ਬੜੀ ਪਿਆਸ ਲੱਗ ਰਹੀ ਹੈ,
बड़ी तांग हो रही है। हर दर्शनों दिखावो, मोहे तुम बतावो। हे परमात्मा, मैनू अपना दर्शन दे ते मैनू दस कि तेरा दर्शन मैं किमें हासिल करा। नानक दीन शरण आए गल लाए। हे नानक, तू अरजोई कर कि मैं दीन तेरी शरण आया हाँ, परमात्मा मैनू अपने गल नाल ला लै। आसा महला पंजवां। को बिखम गार तोरै, आस प्यास धो मोह, भरम ही ते होरै रहा। बिखम गार तो भाव बड़ा ही औखा गढ़, बड़ा ही औखा किला। कोई विरला मनुख ही इस सख्त किले नूं तोड़दा है। सख्त किले तो भाव है ਇਹ ਮਾਇਆ ਦੇ ਮੋਹ ਦਾ ਜਿਹੜਾ ਜਾਲ ਸਾਡੇ ਆਸ-ਪਾਸ ਬੁਣਿਆ ਜਾ ਚੁੱਕਿਆ ਹੈ। ਵਿਕਾਰਾਂ ਦਾ ਜੋ ਕਿਲਾ ਸਾਡੇ ਆਸ-ਪਾਸ ਉਸਰ ਗਿਆ ਹੈ, ਉਸ ਕਿਲੇ ਨੂੰ ਕੋਈ ਵਿਰਲਾ ਹੀ ਤੋੜਦਾ ਹੈ। ਆਸ ਪਿਆਸ ਧੋ ਮੋਹ, ਭਰਮ ਹੀ ਤੇ ਹੋਰ ਹੈ। ਕੋਈ ਵਿਰਲਾ ਹੈ ਜਿਹੜਾ ਆਪਣੇ ਮਨ ਨੂੰ ਦੁਨੀਆ ਦੀਆਂ ਆਸਾਂ, ਮਾਇਆ ਦੀ ਤ੍ਰਿਸ਼ਨਾ, ਠੱਗੀ, ਫਰੇਬ, ਮੋਹ ਤੇ ਭਟਕਣਾ ਤੋਂ ਰੋਕਦਾ ਹੈ। ਕਾਮ, ਕ੍ਰੋਧ, ਲੋਭ, ਮਾਨ ਇਹ ਵਿਆਦ ਸ਼ੋਰ ਹੈ। ਉਹ ਵਾਲਾ ਮਨੁੱਖ ਕਾਮ, ਕ੍ਰੋਧ, ਲੋਭ, ਹੰਕਾਰ ਆਦਿਕ ਬਿਮਾਰੀਆਂ ਨੂੰ ਛੱਡ ਦਿੰਦਾ ਹੈ, ਆਪਣੇ ਅੰਦਰੋਂ ਦੂਰ ਕਰ ਲੈਂਦਾ ਹੈ। ਸੰਤ ਸੰਗ ਨਾਮ ਰੰਗ, ਗੁਣ ਗੋਬਿੰਦ ਗਾਵੋ, ਅਨ ਦਿਨੋਂ ਪ੍ਰਭ ਧਿਆ। हे ਨਾਨਕ, ਇਹ ਆਖ ਕੇ हे ਭਾਈ, ਇਹਨਾਂ ਰੋਗਾਂ ਤੋਂ ਬਚਣ ਵਾਸਤੇ, ਇਹਨਾਂ ਰੋਗਾਂ ਨੂੰ ਆਪਣੇ ਅੰਦਰੋਂ ਦੂਰ ਕਰਨ ਵਾਸਤੇ ਮੈਂ ਤਾਂ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਲੀਨ ਹੋ ਕੇ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹਾਂ। ਅਨ ਦਿਨੋਂ ਪ੍ਰਭ ਧਿਆਵੋ, ਹਰ ਵੇਲੇ ਪ੍ਰਮਾਤਮਾ ਦਾ ਧਿਆਨ ਧਰਦਾ ਹਾਂ। ਭ੍ਰਮ ਭੀਤ ਜੀਤ ਮਿਟਾਵੋ। ਇਸ ਤਰ੍ਹਾਂ ਭਟਕਣਾ ਦੀ ਕੰਧ ਨੂੰ ਜਿੱਤ ਕੇ ਪ੍ਰਮਾਤਮਾ ਦੇ ਨਾਲ ਆਪਣੀ ਵਿੱਥ ਨੂੰ ਮਿਟਾਉਂਦਾ ਹਾਂ। ਨਿਧ ਨਾਮ ਨਾਨਕ ਮੋਰੈ। हे ਭਾਈ, ਮੇਰੇ ਪਾਸ ਪ੍ਰਮਾਤਮਾ ਦਾ ਨਾਮ ਖਜ਼ਾਨਾ ਹੀ ਹੈ ਜੋ ਵਿਕਾਰਾਂ ਤੋਂ ਮੈਨੂੰ ਬਚਾਈ ਰੱਖਦਾ ਹੈ। ਆਸਾ ਮਹਿਲਾ ਪੰਜਵਾਂ। ਕਾਮ, ਕ੍ਰੋਧ, ਲੋਭ ਤਿਆਗ, ਮਨ ਸਿਮਰ ਗੋਬਿੰਦ ਨਾਮ, ਹਰ ਭਜਨ ਸਫਲ ਕਾਮ ਰਹਾਓ। हे ਭਾਈ, ਆਪਣੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਸਿਮਰਦੇ ਰਹੋ। ਨਾਮ ਦੀ ਬਰਕਤ ਨਾਲ ਆਪਣੇ ਅੰਦਰੋਂ ਕਾਮ, ਕ੍ਰੋਧ, ਲੋਭ ਆਦਿਕ ਵਿਕਾਰਾਂ ਨੂੰ ਦੂਰ ਕਰੋ। ਪ੍ਰਮਾਤਮਾ ਦੇ ਸਿਮਰਨ ਦੇ ਨਾਲ ਸਾਰੇ ਕੰਮ ਸਫਲ ਹੋ ਜਾਂਦੇ। ਤਜ ਮਾਨ ਮੋਹ ਵਿਕਾਰ ਮਿਥਿਆ, ਜਪ ਰਾਮ ਰਾਮ ਰਾਮ। हे ਮਨ, ਹੰਕਾਰ, ਮੋਹ, ਵਿਕਾਰ, ਝੂਠ ਤਿਆਗ ਦੇ ਤੇ ਸਦਾ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ। ਹੁਣ ਇਹ ਵਾਲੀ ਉਹ ਪੰਕਤੀ ਹੈ, ਜਪ ਰਾਮ ਰਾਮ ਰਾਮ। ਗੁਰੂ ਨਾਨਕ ਸਾਹਿਬ ਨੇ ਬਹੁਤ ਪਹਿਲਾਂ ਹੀ ਇੱਕ ਗੱਲ ਕਹਿ ਦਿੱਤੀ ਸੀ ਕਿ ਨਾ ਕੋ ਹਿੰਦੂ ਨਾ ਮੁਸਲਮਾਨ, ਕਿ ਨਾ ਕੋਈ ਹਿੰਦੂ ਹੈ ਤੇ ਨਾ ਹੀ ਕੋਈ ਮੁਸਲਮਾਨ ਹੈ। ਸਾਰੇ ਇਨਸਾਨ ਨੇ। ਇਨਸਾਨਾਂ ਨੂੰ ਅਸੀਂ ਵੱਖ-ਵੱਖ ਧਰਮਾਂ ਦੇ ਵਿੱਚ, ਵਰਗਾਂ ਦੇ ਵਿੱਚ ਵੰਡ ਨਹੀਂ ਸਕਦੇ। ਸਾਰੇ ਇਨਸਾਨ ਨੇ। ਇਹ ਗੱਲ ਕਿਉਂ ਕਰ ਰਹੇ ਹਾਂ? ਕਿਉਂਕਿ ਜਪ ਰਾਮ ਰਾਮ ਰਾਮ। ਕੋਈ ਸਹਿਜੇ ਹੀ ਇਸ ਪੰਕਤੀ ਦੀ ਉਦਾਹਰਣ ਦੇ ਕੇ ਕਹਿ ਸਕਦਾ ਹੈ ਕਿ ਦੇਖੋ, ਗੁਰੂ ਨਾਨਕ ਸਾਹਿਬ ਤੇ ਭਗਵਾਨ ਰਾਮ ਦਾ ਨਾਮ ਜਪਣ ਦੇ ਲਈ ਸਾਨੂੰ ਕਹਿ ਰਹੇ ਨੇ। ਗੁਰੂ ਨਾਨਕ ਸਾਹਿਬ ਦੇ ਲਈ ਰਾਮ ਵੀ ਉਹ ਪ੍ਰਮਾਤਮਾ ਸੀ, ਅੱਲਾ ਵੀ ਉਹ ਪ੍ਰਮਾਤਮਾ ਸੀ, ਹਰੀ ਵੀ ਉਹ ਪ੍ਰਮਾਤਮਾ ਸੀ, ਅਕਾਲ ਪੁਰਖ ਵੀ ਉਹ ਪ੍ਰਮਾਤਮਾ ਸੀ। ਉਹਨਾਂ ਦੇ ਮਨ ਦੇ ਵਿੱਚ ਜੋ ਪ੍ਰਮਾਤਮਾ ਸੀ ਉਹ ਇੱਕ ਹੀ ਸੀ। ਇਸੇ ਲਈ ਵੱਖ-ਵੱਖ ਨਾਮਾਂ ਦੇ ਨਾਲ ਉਹ ਪੁਕਾਰਦੇ ਰਹੇ ਤਾਂ ਕਿ ਉਹ ਆਪਣੀ ਇਸ ਗੱਲ ਨੂੰ ਲੋਕਾਂ ਦੇ ਮਨ ਵਿੱਚ ਬਿਠਾ ਸਕਣ ਕਿ ਪ੍ਰਮਾਤਮਾ ਇੱਕ ਹੀ ਹੈ। ਇਹ ਗੱਲ ਲੋਕਾਂ ਦੇ ਚੇਤੇ ਵਿੱਚ ਦ੍ਰਿੜ ਕਰ ਸਕਣ ਕਿ ਅਸੀਂ ਆਪਣੇ ਆਪ ਨੂੰ ਵੱਖ-ਵੱਖ ਧਰਮਾਂ ਵਰਗਾਂ ਦੇ ਵਿੱਚ ਨਹੀਂ ਵੰਡਣਾ, ਕਿ ਦੇਖੋ ਮੈਂ ਉਸ ਇੱਕ ਪ੍ਰਮਾਤਮਾ ਦਾ ਨਾਮ ਸਿਮਰਨ ਦੇ ਲਈ ਪ੍ਰੇਰਦਾ, ਜਿਹਨੂੰ ਮੈਂ ਰਾਮ ਵੀ ਕਹਿੰਦਾ, ਜਿਹਨੂੰ ਮੈਂ ਅੱਲਾ ਵੀ ਕਹਿੰਦਾ, ਜਿਹਨੂੰ ਮੈਂ ਅਕਾਲ ਪੁਰਖ ਵੀ ਕਹਿੰਦਾ, ਹਰੀ ਵੀ ਕਹਿੰਦਾ। ਇਸ ਪੰਕਤੀ ਦੇ ਵਿੱਚ ਵੀ ਕਿਤੇ ਨਾ ਕਿਤੇ ਲੋਕਾਂ ਨੂੰ ਇਕੱਠਿਆਂ ਕਰਨ ਦਾ ਇੱਕ ਭਾਵ ਛਿਪਿਆ ਹੋਇਆ ਹੈ। ਸੋ ਗੁਰੂ ਸਾਹਿਬ ਕਹਿੰਦੇ, ਤਜ ਮਾਨ ਮੋਹ ਵਿਕਾਰ ਮਿਥਿਆ, ਜਪ ਰਾਮ ਰਾਮ ਰਾਮ, ਮਨ ਸੰਤਨਾ ਕੈ ਚਰਨ ਲਾਗ।
ਹੰਕਾਰ ਮੋਹ ਵਿਕਾਰ ਝੂਠ ਤਿਆਗ ਕੇ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ ਤੇ ਸੰਤ ਜਨਾਂ ਦੀ ਸ਼ਰਨ ਪਿਆ ਰਹਿ। ਪ੍ਰਭ ਗੋਪਾਲ ਦੀਨ ਦਇਆਲ ਪਤਿਤ ਪਾਵਨ ਪਾਰ ਬ੍ਰਹਮ ਹਰ ਚਰਨ ਸਿਮਰ ਜਾਗ ਕਰ ਭਗਤ ਨਾਨਕ ਪੂਰਨ ਪਾਲ। ਇਹ ਭਾਈ ਉਸ ਹਰੀ ਪ੍ਰਭੂ ਦੇ ਚਰਨਾਂ ਦਾ ਧਿਆਨ ਧਰ, ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਹੋ। ਉਹ ਹਰੀ ਪ੍ਰਭੂ ਦੇ ਨਾਮ ਦਾ ਧਿਆਨ ਧਰ ਜੋ ਧਰਤੀ ਦਾ ਰਾਖਾ ਹੈ, ਜੋ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ, ਜੋ ਵਿਕਾਰਾਂ ਵਿੱਚ ਡਿੱਗੇ ਹੋਏ ਬੰਦਿਆਂ ਨੂੰ ਪਵਿੱਤਰ ਕਰਨ ਵਾਲਾ ਹੈ। ਹੇ ਨਾਨਕ ਆਖ, ਹੇ ਭਾਈ ਪ੍ਰਮਾਤਮਾ ਦੀ ਭਗਤੀ ਕਰ, ਤੇਰੀ ਕਿਸਮਤ ਜਾਗ ਪਏਗੀ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 408ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚੋਂ ਪ੍ਰਮੁੱਖ ਤੌਰ 'ਤੇ ਅਸੀਂ ਆਪਣੇ ਜੀਵਨ ਦੀ ਬਾਜ਼ੀ ਨੂੰ ਕਿਵੇਂ ਜਿੱਤਣਾ ਹੈ ਇਹ ਜਾਣੇ, ਤੇ ਜੀਵਨ ਬਾਜ਼ੀ ਹਾਰਨ ਦਾ ਕੀ ਅਰਥ ਹੈ ਇਹ ਜਾਣੇ। ਜਿੱਤ ਦੇ ਅਰਥ ਵੀ ਸਾਨੂੰ ਤਾਂ ਹੀ ਪਤਾ ਲੱਗਣਗੇ ਜੇ ਸਾਨੂੰ ਹਾਰ ਦੇ ਅਰਥ ਪਤਾ ਹੋਣਗੇ, ਤੇ ਹਾਰ ਵੀ ਸਾਨੂੰ ਤਾਂ ਹੀ ਮਹਿਸੂਸ ਹੋਏਗੀ ਜੇ ਸਾਨੂੰ ਜਿੱਤ ਦੇ ਅਰਥ ਪਤਾ ਹੋਣਗੇ। ਸੋ ਦੋਨਾਂ ਦੇ ਅਰਥ ਪਤਾ ਹੋਣੇ ਜ਼ਰੂਰੀ ਨੇ, ਤੇ ਦੋਨਾਂ ਦੀ ਹੀ ਗੱਲ ਆਪਾਂ ਕੀਤੀ ਹੈ। ਉਮੀਦ ਹੈ ਤੁਹਾਨੂੰ ਇਹ ਗੱਲ ਸਮਝ ਦੇ ਵਿੱਚ ਆ ਗਈ ਹੋਵੇਗੀ, ਤੇ ਤੁਸੀਂ ਅਜਿਹੇ ਕਾਰਜ ਕਰੋਗੇ ਜੋ ਤੁਹਾਨੂੰ ਇਸ ਜੀਵਨ ਬਾਜ਼ੀ ਦੇ ਵਿੱਚ ਜਿੱਤ ਵੱਲ ਨੂੰ ਲੈ ਕੇ ਜਾਣ। ਤੇ ਸਾਡੀ ਦਿਲੋਂ ਇਹ ਕਾਮਨਾ ਹੈ, ਪ੍ਰਮਾਤਮਾ ਦੇ ਅੱਗੇ ਅਰਦਾਸ ਵੀ ਹੈ ਕਿ ਪ੍ਰਮਾਤਮਾ ਸਾਨੂੰ ਸਭਨਾਂ ਨੂੰ ਸਮਤ ਬਖਸ਼ੇ, ਸਭਨਾਂ ਨੂੰ ਹਿੰਮਤ ਬਖਸ਼ੇ, ਤਾਂ ਕਿ ਅਸੀਂ ਜਿੱਤ ਵਾਲੇ ਰਸਤੇ 'ਤੇ ਚੱਲ ਸਕੀਏ, ਜੀਵਨ ਦੀ ਬਾਜ਼ੀ ਹਾਰਨ ਤੋਂ ਬਚ ਸਕੀਏ। ਤੇ ਨੰਬਰ 2 ਤੇ ਧੜੇਬੰਦੀ ਤੋਂ ਬਚਣ ਦੀ ਗੱਲ ਆਪਾਂ ਕੀਤੀ ਅੱਜ ਦੀ ਇਸ ਵੀਡੀਓ ਦੇ ਵਿੱਚ। ਇਹ ਗੱਲ ਬਹੁਤ ਜ਼ਰੂਰੀ ਹੈ, ਖਾਸ ਕਰਕੇ ਅੱਜ ਦੇ ਸਮੇਂ ਵਿੱਚ, ਜਦੋਂ ਕਿ ਇੰਝ ਲੱਗਦਾ ਕਿ ਸ਼ਾਇਦ ਇਹ ਧੜੇਬੰਦੀ ਜੋ ਹੈ ਬਹੁਤ ਜ਼ਿਆਦਾ ਪ੍ਰਬਲ ਹੋ ਰਹੀ ਹੈ ਜਾਂ ਹੋ ਚੁੱਕੀ ਹੈ। ਹਰ ਛੋਟੀ ਛੋਟੀ ਗੱਲ 'ਤੇ ਛੋਟਾ ਜਿਹਾ ਇੱਕ ਵਰਤਾਰਾ ਹੁੰਦਾ ਹੈ, ਤੇ ਉਹਨੂੰ ਇੱਕ ਨਿਰਪੱਖ ਤੌਰ 'ਤੇ ਸਿਰਫ ਤੇ ਸਿਰਫ ਉਸ ਵਰਤਾਰੇ ਨੂੰ ਵੇਖਣ ਦੀ ਬਜਾਏ ਅਸੀਂ ਵੱਖ-ਵੱਖ ਧੜੇ ਦਾ ਚਸ਼ਮਾ ਪਹਿਨ ਕੇ ਉਸ ਚਸ਼ਮੇ ਦੇ ਰਾਹੀਂ ਹੀ ਉਸ ਵਰਤਾਰੇ ਨੂੰ ਵੇਖਦੇ ਹਾਂ, ਤੇ ਇਹ ਗੱਲ ਸਾਨੂੰ ਅਸ਼ਾਂਤੀ ਹੀ ਦਿੰਦੀ। ਕੋਈ ਵੀ ਵਰਤਾਰਾ ਹੈ ਉਹਨੂੰ ਜਿਵੇਂ ਉਹ ਹੈ ਉਵੇਂ ਹੀ ਵੇਖੀਏ, ਵੇਖਣ ਦੀ ਕੋਸ਼ਿਸ਼ ਕਰੀਏ, ਧੜੇਬੰਦੀ ਤੋਂ ਬਚੀਏ, ਕਿਉਂਕਿ ਇਹ ਧੜੇਬੰਦੀ ਸਾਨੂੰ ਅਸ਼ਾਂਤੀ ਹੀ ਦਿੰਦੀ ਹੈ। ਧੜੇਬੰਦੀ ਦੇ ਮੋਹ ਤੋਂ ਬਚੀਏ, ਸ਼ਾਂਤ ਰਹੀਏ, ਪ੍ਰਮਾਤਮਾ ਦੇ ਨਾਮ ਸਿਮਰਨ ਦੇ ਵਿੱਚ ਲੱਗੇ ਰਹੀਏ। ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।